सब नू प्यार भरी सत श्री अकाल। मैं रजवंत कौर, पंजाबी अध्यापिका, सरकारी सीनियर सैकेंडरी स्मार्ट स्कूल माड़ी बुच्चियां, जिला गुरदासपुर। प्यारे विद्यार्थियों, अज असी जिस विषय ते गल करांगे वो है साडी 12वीं जमात दे लाजमी विशा पंजाबी, जिस विच है अखौतां। अखौतां की हुंदियां हन बच्चों? अखौतां लोक सूझ दा भंडार हुंदियां हन। इस विच जीवन दे आर्थिक, समाजिक ते धार्मिक पक्ष नूं उजागर कीता हुंदा है। इस विच कुझे विच समुंदर बंद करन दी कला जिहड़ी आ वो समोई हुंदी है ते पीढ़ी दर पीढ़ी ये अखौतां जिहड़ियां वो चलदियां हुंदियां हन। सो बच्चों, अज असी अखौतां बारे जानते हां। अखाण जां अखौतां इन्हां बारे असी पढ़ांगे। अखाण ਨੂੰ ਅਖੌਤਾਂ ਵੀ ਕਿਹਾ ਜਾਂਦਾ ਹੈ। ਕਿਸੇ ਭਾਸ਼ਾ ਦੀਆਂ ਅਖੌਤਾਂ ਕਈ ਪੱਖਾਂ ਤੋਂ ਮਹੱਤਵਪੂਰਨ ਹੁੰਦੀਆਂ ਹਨ। ਇਹ ਉਸ ਭਾਸ਼ਾ ਦੀ ਸ਼ਕਤੀ ਹੁੰਦੀਆਂ ਹਨ। ਇਹਨਾਂ ਵਿੱਚੋਂ ਉਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਅਣਗਿਣਤ ਪੀੜ੍ਹੀਆਂ ਦਾ ਅਨੁਭਵ ਸਮੋਇਆ ਹੁੰਦਾ ਹੈ। ਅਖੌਤਾਂ ਲੋਕ ਸੂਝ ਦਾ ਭੰਡਾਰ ਹੁੰਦੀਆਂ ਹਨ। ਸਭ ਤੋਂ ਪਹਿਲਾਂ ਬੱਚਿਓ ਅਸੀਂ ਕਰਾਂਗੇ ਅਖਾਣ ਦੀ ਪਰਿਭਾਸ਼ਾ। ਅਖਾਣ ਕੀ ਹੈ? ਅਖਾਣ ਲੋਕ ਜੀਵਨ ਦਾ ਵਡਮੁੱਲਾ ਅੰਗ ਹਨ। ਇਹ ਜੀਵਨ ਦੀ ਸਹਿਜ ਸੁਭਾਵਿਕ ਤੌਰ ਦੇ ਨਾਲ ਡੂੰਘੇ ਅਤੇ ਤੀਖਣ ਮਾਨਵੀ ਅਨੁਭਵਾਂ ਵਿੱਚੋਂ ਜਨਮਦੇ ਅਤੇ ਵਿਕਸਦੇ ਹਨ ਅਤੇ ਪ੍ਰਵਾਨ ਚੜ੍ਹਦੇ ਹਨ। ਇਹਨਾਂ ਵਿੱਚੋਂ ਕਿਸੇ ਵੀ ਬੋਲੀ ਦੀ ਅਮੀਰੀ, ਪਕਿਆਈ, ਠੇਠਤਾ ਅਤੇ ਵਿਸ਼ਾਲਤਾ ਜਿਹੇ ਅਨੇਕਾਂ ਪਹਿਲੂਆਂ ਅਤੇ ਜੀਵਨ ਪੱਖਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ। ਅਖਾਣ ਮਾਨਵੀ ਜੀਵਨ ਚਾਲ ਵਿੱਚ ਉਸਾਰੂ ਕਦਰਾਂ ਕੀਮਤਾਂ ਦੀ ਸ਼ਮੂਲੀਅਤ ਕਰਨ ਹਿੱਤ ਵੀ ਚੰਗਾ ਢੁਕਵਾਂ ਮਾਧਿਅਮ ਬਣਦੇ ਹਨ। ਡਾਕਟਰ ਬੰਜਾਰਾ ਬੇਦੀ ਅਨੁਸਾਰ ਅਖਾਣ ਜੀਵਨ ਦਾ ਸੋਹਜ ਵੀ ਹਨ ਅਤੇ ਬੋਧ ਵੀ। ਇਹਨਾਂ ਤੋਂ ਰਸ ਵੀ ਝਰਦਾ ਹੈ ਤੇ ਜੀਵਨ ਦੇ ਕਈ ਗੰਭੀਰ ਮੋੜਾਂ ਦੇ ਨਿਰਣਿਆਂ ਬਾਰੇ ਵੀ ਅਗਵਾਈ ਮਿਲਦੀ ਹੈ। ਵਿਦਵਾਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ ਕਿ ਕਿਸੇ ਵੀ ਭਾਸ਼ਾ ਨੂੰ ਚੁਸਤ ਅਤੇ ਟਕਸਾਲੀ ਬਣਾਉਣ ਵਿੱਚ ਮੁਹਾਵਰੇ ਅਤੇ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅਖੌਤਾਂ ਦੀ ਸੰਖੇਪਤਾ ਅਤੇ ਸੁਚੱਜੀ ਸ਼ਬਦ ਚੋਣ ਅਤੀ ਕਲਾਤਮਕ ਹੁੰਦੀ ਹੈ। ਅਖਾਣਾਂ ਦੇ ਇੱਕ ਜਾਂ ਦੋ ਵਾਕਾਂ ਵਿੱਚ ਜੀਵਨ ਦੇ ਕਿਸੇ ਪੱਖ ਬਾਰੇ ਸਾਰ ਤੱਤ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੁੰਦਾ ਹੈ। ਜੋ ਨੁਕਤਾ ਕੋਈ ਵਕਤਾ ਸਧਾਰਨ ਗੱਲਬਾਤ ਵਿੱਚ ਬਹੁਤ ਦੇਰ ਤੱਕ ਨਹੀਂ ਸਮਝਾ ਸਕਦਾ, ਉਸ ਬਾਰੇ ਇੱਕ ਢੁਕਵਾਂ ਅਖੌਤ ਪੇਸ਼ ਕਰਕੇ ਉਹ ਨੁਕਤਾ ਇੱਕ ਛਿੰਦ ਵਿੱਚ ਸਪਸ਼ਟ ਕੀਤਾ ਜਾ ਸਕਦਾ ਹੈ। ਅਖੌਤਾਂ ਦੀਆਂ ਸਰਬ ਪ੍ਰਮਾਣਤਾ ਕਾਰਨ ਇਹਨਾਂ ਦੇ ਸਨਮੁਖ ਪੜ੍ਹਨ ਸੁਣਨ ਵਾਲੇ ਵੀ ਨਿਰੁੱਤਰ ਹੋ ਜਾਂਦੇ ਹਨ। ਪੰਜਾਬੀ ਆਪਣੇ ਨਿੱਤ ਦੇ ਜੀਵਨ ਵਿੱਚ ਆਪਣੀ ਭਾਸ਼ਾ ਵਿੱਚ ਅਖੌਤਾਂ ਦੀ ਵਰਤੋਂ ਕਰਕੇ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਂਦੇ ਹਨ ਅਤੇ ਆਪਣੇ ਦਿਲ ਦੇ ਗੁੰਝਲਦਾਰ ਭਾਵਾਂ ਨੂੰ ਸਹਿਜ ਸੁਭਾਅ ਆਸਾਨੀ ਨਾਲ ਚਿੰਨ੍ਹਾਤਮਕ ਰੂਪ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੇ ਹਨ, ਕਿਉਂਕਿ ਇਹਨਾਂ ਵਿੱਚ ਵਿਸ਼ਾਲ ਜੀਵਨ ਤਜਰਬੇ, ਸਿਆਣਪ ਅਤੇ ਦੂਰਦਰਸ਼ਤਾ ਉੱਤੇ ਆਧਾਰਿਤ ਅਨਮੋਲ ਸੱਚਾਈਆਂ ਹੁੰਦੀਆਂ ਹਨ। ਕਿਉਂਕਿ ਪੀੜ੍ਹੀ ਦਰ ਪੀੜ੍ਹੀ ਚੱਲਦੇ ਆਉਂਦੇ ਹਨ ਤੇ ਇਹਨਾਂ ਦੇ ਵਿੱਚ ਬਹੁਤ ਸਾਰੇ ਤਜਰਬੇ ਵੀ ਤੇ ਸਿਆਣਪਾਂ ਸਾਂਝੀਆਂ ਹੋਈਆਂ ਹੁੰਦੀਆਂ ਹਨ, ਜੋ ਮਨੁੱਖ ਨੂੰ ਕਦਮ ਕਦਮ ਤੇ ਜੀਵਨ ਸੇਧ ਪ੍ਰਦਾਨ ਕਰਦੀਆਂ ਹਨ। ਪਿੰਡਾਂ ਵਿੱਚ ਅੱਜ ਵੀ ਕਿਸੇ ਵਿਸ਼ੇ ਤੇ ਬਹਿਸ ਕਰਦੇ ਸਮੇਂ ਲੋਕ ਸਬੂਤ ਵਜੋਂ ਅਖੌਤਾਂ ਦੀ ਵਰਤੋਂ ਕਰਦੇ ਹਨ। ਕੁਝ ਉਦਾਹਰਨਾਂ ਲੈਂਦੇ ਹਾਂ, ਜਿਵੇਂ ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਦੋ ਘਰਾਂ ਦਾ ਮਹਿਮਾਨ ਭੁੱਖਾ ਰਹਿੰਦਾ ਹੈ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਨੇਕੀ ਕਰ ਕੁएं में डाल, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਉੱਚੀ ਦੁਕਾਨ ਫਿੱਕਾ ਪਕਵਾਨ, ਜਿਸਦੀ ਕੋਠੀ ਦਾਣੇ ਉਸਦੇ ਕਮਲੇ ਵੀ ਸਿਆਣੇ। ਸੱਜ ਤਾਂ ਬੋਲੇ, ਛਾਨਣੀ ਕਿਉਂ ਬੋਲੇ। ਇੱਕ ਕਰੇਲਾ ਦੂਜਾ ਨਿੰਮ ਚੜਿਆ, ਆਪੇ ਫਾਦੜੀਏ ਤੈਨੂੰ ਕੌਣ ਛਡਾਵੇ। ਸਹਿਜ ਪੱਕੇ ਸੋ ਮੀਠਾ ਹੋਏ। ਆਦਮੀ ਆਦਮੀ ਅੰਤਰ, ਕੋਈ ਹੀਰਾ ਤੇ ਕੋਈ ਕੰਕਰ। ਬੇਟਾ ਇਹ ਸੀ ਅਖੌਤਾਂ ਦੀਆਂ ਕੁਝ ਉਦਾਹਰਨਾਂ।
ਹੁਣ ਅਸੀਂ ਅਖੌਤਾਂ ਦਾ ਮਹੱਤਵ ਜਾਣਾਂਗੇ। ਅਖੌਤਾਂ ਦੀ ਆਮ ਬੋਲਚਾਲ ਅਤੇ ਸਾਹਿਤ ਵਿੱਚ ਵਰਤੋਂ ਦਾ ਆਪਣਾ ਬਹੁਤ ਹੀ ਮਹੱਤਵ ਹੁੰਦਾ ਹੈ। ਹਰ ਭਾਸ਼ਾ ਵਿੱਚ ਅਖੌਤਾਂ ਨੂੰ ਭਾਸ਼ਾ ਦੇ ਗਹਿਣੇ ਮੰਨਿਆ ਜਾਂਦਾ ਹੈ। ਅਖੌਤਾਂ ਦੀ ਵਰਤੋਂ ਤੋਂ ਸੱਭਿਆਚਾਰ ਦੀਆਂ ਸਮੁੱਚੀਆਂ ਕਦਰਾਂ ਕੀਮਤਾਂ ਦੀ ਪਛਾਣ ਵੀ ਹੁੰਦੀ ਹੈ। ਇਹਨਾਂ ਦਾ ਆਧਾਰ ਜ਼ਿੰਦਗੀ ਦਾ ਵਿਸ਼ਾਲ ਅਤੇ ਡੂੰਘਾ ਤਜਰਬਾ ਹੁੰਦਾ ਹੈ। ਅਖੌਤਾਂ ਪੀੜ੍ਹੀ ਦਰ ਪੀੜ੍ਹੀ ਅਣਗਿਣਤ ਬੋਲਣ ਵਾਲਿਆਂ ਦੇ ਮਨਾਂ ਉੱਤੇ ਡੂੰਘੀ ਛਾਪ ਛੱਡ ਦਿੰਦੀਆਂ ਹਨ। ਅਖੌਤਾਂ ਅਜਿਹੇ ਸੰਜਮ, ਲੈ ਭਰਪੂਰ ਤੇ ਚੁਸਤ ਵਾਕ ਹੁੰਦੇ ਹਨ ਜਿਨ੍ਹਾਂ ਵਿੱਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੁੰਦਾ ਹੈ। ਲੋਕਾਂ ਦੇ ਮੂੰਹ ਚੜੀ ਅਖੌਤ ਨੂੰ ਕਿਸੇ ਮੁਨਾਸਿਬ ਮੌਕੇ ਉੱਤੇ ਕਿਹਾ ਜਾਂਦਾ ਹੈ। ਇਹ ਲੋਕਾਂ ਦੀ ਸਿਆਣਪ ਤੇ ਅਨੁਭਵ ਦਾ ਸਾਰ ਹੁੰਦੇ ਹਨ। ਇਹਨਾਂ ਵਿੱਚੋਂ ਸਿਆਣੇ ਪੁਰਸ਼ਾਂ ਦੇ ਤਜਰਬੇ ਦੇ ਆਧਾਰ ਤੇ ਸੱਚ ਦੀ ਪੇਸ਼ਕਾਰੀ ਹੋਈ ਹੁੰਦੀ ਹੈ। ਇਹਨਾਂ ਵਿੱਚ ਜੀਵਨ ਦਾ ਇਲਾਹੀ ਸੱਚ ਸਮਾਇਆ ਹੁੰਦਾ ਹੈ। ਇਹ ਅਨੋਖੇ ਸਰੋਤ ਵਿੱਚ ਭਰੇ ਹੁੰਦੇ ਹਨ ਤੇ ਇਹ ਟੋਟਕੇ ਹੁੰਦੇ ਹਨ ਜਿਨ੍ਹਾਂ ਵਿੱਚ ਜੀਵਨ ਦਾ ਕਠੋਰ ਸੱਚ ਸ਼ਾਮਲ ਹੁੰਦਾ ਹੈ। ਇਹਨਾਂ ਨੂੰ ਵਾਕ ਵਿੱਚ ਵਰਤਣ ਸਮੇਂ ਇਸ ਦੇ ਪੂਰੇ ਪ੍ਰਸੰਗ ਨੂੰ ਉਸਾਰਨਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਅਸੀਂ ਇਸ ਨਿਰਣੇ ਤੇ ਪਹੁੰਚਦੇ ਹਾਂ ਕਿ ਅਖਾਣ ਜੀਵਨ ਤਜਰਬਿਆਂ ਦੇ ਸਾਰ ਤੱਤ ਵਜੋਂ ਡੂੰਘੇ ਅਨੁਭਵਾਂ ਦੀ ਕੁੱਖ ਤੋਂ ਜਨਮੇ ਉਹ ਬੋਲ ਹੁੰਦੇ ਹਨ ਜੋ ਸਕੋਂਚਵੇਂ, ਪੁਖਤਰੀ, ਭਰਪੂਰ ਅਰਥ ਸੰਚਾਰ ਦੀ ਸ੍ਰੇਸ਼ਟ ਉਪਯੋਗਤਾ ਦੇ ਵਾਹਕ ਭਾਸ਼ਿਕ ਇਲਾਕਿਆਂ ਵਿੱਚ ਗੁੰਦੇ ਹੋਏ ਰੂਪਾਂਤਰਨ ਅਤੇ ਟਕਰਾਓ ਸੰਦਰਭਾਂ ਨਾਲ ਓਤ-ਪੋਤ ਜੀਵਨ ਦੇ ਸੱਚ ਨੂੰ ਬਿਆਨਦੇ ਹਨ। ਇਹ ਤਨਜ਼ ਅਥਵਾ ਵਿਅੰਗ ਅਤੇ ਭਾਸ਼ਾ ਦੀ ਅਮੀਰੀ ਸਦਕਾ ਲੋਕ ਸਾਹਿਤ ਵਿੱਚ ਮਹੱਤਵਪੂਰਨ ਰੂਪਕਾਰ ਵਜੋਂ ਪ੍ਰਮਾਣਿਤ ਹੋਏ ਹੁੰਦੇ ਹਨ। ਇਹਨਾਂ ਦਾ ਪ੍ਰਸਤੁਤੀਕਰਨ ਅਲੰਕਾਰਿਕ ਅਥਵਾ ਕਾਵਿਕ ਅੰਦਾਜ਼ ਵਿੱਚ ਹੁੰਦਾ ਹੈ ਅਤੇ ਹੋਰ ਪ੍ਰਗਟਾਓ ਵਿਧੀ ਦੇ ਸੰਦਰਭ ਵਿੱਚ ਅਖਾਣ ਠਰ੍ਹੰਮੇ, ਸਥਿਰਤਾ ਅਤੇ ਵਿਸ਼ਾਲ ਗਿਆਨ ਬੋਧ ਦਾ ਝਲਕਾਰਾ ਪੇਸ਼ ਕਰਦੇ ਹਨ। ਵਾਕ ਵਿੱਚ ਵਰਤੋਂ ਸਮੇਂ ਅਖਾਣ ਦੀ ਵਰਤੋਂ ਕਿਸੇ ਵਿਸ਼ੇਸ਼ ਪ੍ਰਸੰਗ ਸਥਿਤੀ ਦੀ ਮੰਗ ਕਰਦੀ ਹੈ। ਸਧਾਰਨ ਵਾਕ ਵਿੱਚ ਅਖਾਣ ਨਹੀਂ ਵਰਤਿਆ ਜਾਂਦਾ। ਇਸ ਵਿੱਚ ਸਾਰਥਿਕ ਅਰਥ ਸੰਚਾਰ ਵਾਸਤੇ ਇੱਕ ਤੋਂ ਵੱਧ ਵਾਕਾਂ ਦੀ ਵਰਤੋਂ ਕਰਨਾ ਹੀ ਜ਼ਰੂਰੀ ਹੁੰਦਾ ਹੈ। ਅਖਾਣਾਂ ਦੇ ਅਰਥਬੋਧ ਦਾ ਵਿਸ਼ੇਸ਼ ਖੇਤਰ ਵਿਸ਼ਾਲ ਹੁੰਦਾ ਹੈ। ਇਹਨਾਂ ਵਿੱਚ ਸਦੀਆਂ ਦਾ ਇਤਿਹਾਸ, ਮਿਥਿਹਾਸ, ਸੱਭਿਆਚਾਰਾਂ ਦਾ ਨਿਕਾਸ, ਵਿਕਾਸ ਅਤੇ ਪਤਨ ਹੋ ਜਾਣ ਦਾ ਸੰਕੇਤਕ ਸੁਰ ਵਿੱਚ ਸਮੋਇਆ ਹੋਇਆ ਹੁੰਦਾ ਹੈ। ਸਮਾਜਿਕ ਵਰਤਾਰਾ, ਰਿਸ਼ਤੇਦਾਰੀ, ਪ੍ਰਬੋਧ, ਮੇਲੇ, ਤਿੱਥ ਤਿਉਹਾਰ, ਨਾਚ ਗਾਣੇ, ਜੰਮਣੇ ਮਰਨੇ, ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਅਖੌਤਾਂ ਦੇ ਵਾਕ ਜਿਹੜੇ ਆ ਉਹਨਾਂ ਦੀ ਵਰਤੋਂ ਕਰਾਂਗੇ। ਸਭ ਤੋਂ ਪਹਿਲੇ ਹੈ ਉੱਠੇ ਤਾਂ ਉੱਠ, ਨਹੀਂ ਰੇਤੇ ਦੀ ਮੁੱਠ। ਬੇਟਾ ਇਸ ਦਾ ਕੀ ਅਰਥ ਹੁੰਦਾ ਹੈ? ਜਿਹੜਾ ਇਨਸਾਨ ਕੰਮ ਨਹੀਂ ਕਰਦਾ ਉਹ ਬੇਕਾਰ ਹੁੰਦਾ ਹੈ। ਹਰਜੀਤ ਨੂੰ ਦੁਪਹਿਰ ਤੱਕ ਸੁੱਤਾ ਵੇਖ ਕੇ ਉਸਦੀ ਮਾਂ ਨੇ ਕਿਹਾ ਕਿ ਤੂੰ ਉੱਠ ਕੇ ਆਪਣੇ ਬਾਪ ਦੇ ਨਾਲ ਖੇਤੀ ਦੇ ਵਿੱਚ ਕੰਮ ਕਰਵਾਇਆ ਕਰ। ਵਿਹਲ ਅਤੇ ਆਲਸ ਤਾਂ ਬੰਦੇ ਨੂੰ ਨਿਕੰਮਾ ਕਰ ਦਿੰਦੀਆਂ ਹਨ। ਸਿਆਣੇ ਨੇ ਠੀਕ ਹੀ ਕਿਹਾ ਹੈ, ਉੱਠੇ ਤਾਂ ਉੱਠ, ਨਹੀਂ ਤਾਂ ਰੇਤੇ ਦੀ ਮੁੱਠ। ਹਰਜੀਤ ਦੀ ਮਾਤਾ ਨੇ ਉਸਨੂੰ ਸਮਝਾਉਂਦਿਆਂ ਇਹ ਸ਼ਬਦ ਕਹੇ। ਅਸਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਬੇਟਾ ਇਸ ਦਾ ਕੀ ਅਰਥ ਹੈ? ਕੀਮਤੀ ਚੀਜ਼ ਦੀ ਬੇਪਰਵਾਹੀ ਤੇ ਨਕਲੀ ਚੀਜ਼ਾਂ ਦੀ ਸੰਭਾਲ। ਰਾਣੀ ਨਕਲੀ ਗਹਿਣਿਆਂ ਨੂੰ ਡੱਬਿਆਂ ਵਿੱਚ ਸਾਂਭ ਰੱਖਦੀ। ਇੱਕ ਦਿਨ ਉਹ ਆਪਣੀ ਸੋਨੇ ਦੀ ਅੰਗੂਠੀ ਗੁਸਲਖਾਨੇ ਵਿੱਚ ਰੱਖ ਕੇ ਭੁੱਲ ਗਈ। ਇਹ ਵੇਖ ਕੇ ਉਸਦੀ ਮਾਂ ਨੇ ਕਿਹਾ, ਨਕਲੀ ਗਹਿਣਿਆਂ ਦਾ ਤਾਂ ਬੜੇ ਸਾਂਭ ਕੇ ਰੱਖਦੀ ਏ, ਸੋਨੇ ਦੀ ਅੰਗੂਠੀ ਇੱਥੇ ਰੱਖ ਪਈ ਏ। ਤੇਰਾ ਤਾਂ ਉਹ ਹਾਲ ਹੈ ਅਖੇ ਅਸਰਫੀਆਂ ਦੀ ਲੁੱਟ ਤੇ ਕੋਲਿਆਂ ਤੇ ਮੋਹਰਾਂ। ਅੱਗੇ ਸੱਪ ਤੇ ਪਿੱਛੇ ਸਿੰਹ, ਦੋਨੋਂ ਪਾਸੇ ਕੀ ਹੋਣਾ? ਮੁਸੀਬਤ ਹੋਣਾ। ਅਜੀਤ ਸਿੰਘ ਆਪਣੀ ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਗਿਆ, ਬਾਹਰ ਚਲਾ ਗਿਆ।
ਉੱਥੇ ਪਹੁੰਚ ਕੇ ਪਤਾ ਲੱਗਿਆ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ ਅਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਿਆ ਹੈ। ਉਹ ਨਾ ਵਿਦੇਸ਼ ਵਿੱਚ ਰਹਿ ਕੇ ਆਜ਼ਾਦੀ ਨਾਲ ਕੋਈ ਕੰਮ ਕਰ ਸਕਦਾ ਸੀ ਤੇ ਨਾ ਹੀ ਦੇਸ਼ ਵਾਪਸ ਆ ਸਕਦਾ ਸੀ। ਉਸ ਦੀ ਤਾਂ ਅੱਗੇ ਸੱਪ ਤੇ ਪਿੱਛੇ ਛੀਂ ਵਾਲੀ ਹਾਲਤ ਸੀ। ਬੇਟੋ ਅੱਗੇ ਵਾਕ ਹੈ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਇਸ ਅਖਾਣ ਦਾ ਕੀ ਅਰਥ ਹੈ? ਲੋਕ ਮਤਲਬ ਨੂੰ ਹੀ ਕੋਲ ਆਉਂਦੇ ਹਨ। ਜਦੋਂ ਕਿਸੇ ਨੂੰ ਕੋਈ ਮਤਲਬ ਹੁੰਦਾ ਤੇ ਉਹ ਸਾਡੇ ਕੋਲ ਆਣ ਕੇ ਟੁਕਦੇ ਹਨ। ਜਦੋਂ ਦਾ ਹਰਸਿੰਦਰ ਪ੍ਰਧਾਨ ਬਣਿਆ ਹੈ ਉਹਦੀ ਬੈਠਕ ਵਿੱਚ ਬੜੀ ਰੌਣਕ ਲੱਗੀ ਰਹਿੰਦੀ ਹੈ। ਸੁਰੇਸ਼ ਨੇ ਕਿਹਾ, ਲੋਕ ਹਰਸਿੰਦਰ ਕਰਕੇ ਥੋੜਾ ਜਾਂਦੇ ਹਨ, ਉਹ ਤਾਂ ਉਸ ਦੀ ਪ੍ਰਧਾਨਗੀ ਕਰਕੇ ਜਾਂਦੇ ਹਨ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਆਦਰ ਤੇਰੀ ਚਾਦਰ ਨੂੰ, ਬਹਿਣਾ ਤੇਰੇ ਗਹਿਣੇ ਨੂੰ। ਰਾਜਵਿੰਦਰ ਨੇ ਉੱਤਰ ਦਿੱਤਾ। ਅਗਲਾ ਸਾਡਾ ਅਖਾਣ ਹੈ, ਆਪੇ ਫਾਦੜੀਏ ਤੈਨੂੰ ਕੌਣ ਛੁਡਾਵੇ। ਆਪੇ ਫਾਦੜੀਏ ਤੈਨੂੰ ਕੌਣ ਛੁਡਾਵੇ ਦਾ ਅਰਥ ਹੈ, ਆਪੇ ਫਸਣ ਵਾਲੇ ਦੀ ਕੋਈ ਸਹਾਇਤਾ ਨਹੀਂ ਕਰਦਾ। ਜਦੋਂ ਕੋਈ ਆਪੇ ਹੀ ਫਸ ਜਾਂਦਾ ਕਿਸੇ ਮੁਸੀਬਤ ਵਿੱਚ ਤਾਂ ਉਹਦੀ ਕੋਈ ਸਹਾਇਤਾ ਨਹੀਂ ਕਰਦਾ। ਮਨਜੋਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ। ਜਦੋਂ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਅਤੇ ਅੜਬ ਸੁਭਾਅ ਦਾ ਹੈ। ਹੁਣ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ, ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ, ਆਪੇ ਫਾਦੜੀਏ ਤੈਨੂੰ ਕੌਣ ਛੁਡਾਵੇ। ਬੱਚਿਓ ਅਗਲਾ ਅਖਾਣ ਹੈ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਇਸ ਦਾ ਕੀ ਅਰਥ ਹੈ? ਆਪਣੀ ਵਡਿਆਈ ਆਪਣੇ ਮੂੰਹੋਂ ਕਰਨੀ। ਹਰਜੀਤ ਚੰਦ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫਤਾਂ ਕਰਦਾ ਰਹਿੰਦਾ। ਉਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਉਸ ਦੀ ਤਾਂ ਉਹ ਗੱਲ ਹੈ, ਆਖੇ ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ। ਅਗਲਾ ਅਖਾਣ ਹੈ ਸਾਡਾ, ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਸ ਦਾ ਕੀ ਅਰਥ ਹੈ? ਆਪਣਾ ਕੰਮ ਹਮੇਸ਼ਾ ਆਪ ਕਰਨਾ ਚਾਹੀਦਾ ਹੈ। ਜਸਮੀਤ ਦੀ ਸਹੇਲੀ ਨੇ ਉਸ ਨੂੰ ਭਰੋਸਾ ਦਿੱਤਾ ਕਿ ਭੌਤਿਕ ਵਿਗਿਆਨ ਦੇ ਪ੍ਰੈਕਟੀਕਲ ਲਈ ਉਹ ਉਸ ਨੂੰ ਮਾਡਲ ਬਣਾ ਕੇ ਦੇਵੇਗੀ। ਪਰ ਜਦੋਂ ਪ੍ਰੈਕਟੀਕਲ ਵਿੱਚ ਇੱਕ ਦਿਨ ਰਹਿ ਗਿਆ ਤਾਂ ਉਸ ਦੀ ਸਹੇਲੀ ਨੇ ਜਵਾਬ ਦੇ ਦਿੱਤਾ। ਜਸਮੀਤ ਘਬਰਾ ਗਈ ਤਾਂ ਉਸ ਦੇ ਦਾਦੀ ਜੀ ਨੇ ਕਿਹਾ, ਅਜੇ ਵੀ ਵਕਤ ਹੈ, ਤੂੰ ਮਾਡਲ ਤਿਆਰ ਕਰ ਸਕਦੀ ਹੈ। ਆਪਣਾ ਕੰਮ ਕਦੇ ਵੀ ਦੂਜਿਆਂ ਦੇ ਸਹਾਰੇ ਨਹੀਂ ਛੱਡਣਾ ਚਾਹੀਦਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ। ਅਗਲਾ ਵਾਕ ਹੈ ਸਾਡਾ, ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀ। ਇਸ ਦਾ ਕੀ ਅਰਥ ਹੈ? ਦੁਨੀਆ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਰਣਬੀਰ ਮਾਤਾ ਜੀ ਦਰੀਏ ਨਹੀਂ ਤਾਂ ਲੋਕ ਐਵੇਂ ਗੱਲਾਂ ਕਰਨਗੇ। ਮਾਤਾ ਜੀ ਨੇ ਉੱਤਰ ਦਿੱਤਾ, ਨਾ ਪੁੱਤਰ, ਆਪਾਂ ਨੇ ਆਪਣੀ ਚਾਦਰ ਵੇਖਣੀ ਹੈ ਅਤੇ ਘਰ ਦੇ ਵਿਹੜੇ ਵਿੱਚ ਹੀ ਟੈਂਟ ਲਾ ਕੇ ਵਿਆਹ ਕਰਾਂਗੇ। ਲੋਕਾਂ ਦਾ ਕੀ ਹੈ, ਜੇ ਬਹੁਤਾ ਖਰਚ ਕਰਕੇ ਕਰਜ਼ਾ ਚੜ ਗਿਆ ਤਾਂ ਲੋਕ ਫਿਰ ਵੀ ਗੱਲਾਂ ਕਰਨਗੇ। ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਆਰੀ ਨੂੰ ਇੱਕ ਪਾਸੇ ਦੰਦੇ, ਜਹਾਨ ਨੂੰ ਦੋਹੀਂ ਪਾਸੀ। ਅਗਲਾ ਸਾਡਾ ਅਖਾਣ ਹੈ, ਇੱਕ ਚੁੱਪ ਤੇ 100 ਸੁੱਖ। ਬੇਟੋ ਵੇਖੋ ਵੈਰੀ ਇੰਪੋਰਟੈਂਟ, ਇੱਕ ਚੁੱਪ ਤੇ 100 ਸੁੱਖ। ਚੁੱਪ ਰਹਿਣਾ ਹੀ ਚੰਗਾ ਹੁੰਦਾ ਹੈ। ਸਿਮਰ ਦੀ ਸਹੇਲੀ ਦਿਲਪ੍ਰੀਤ ਗੁੱਸੇ ਵਿੱਚ ਉਸ ਨੂੰ ਬਹੁਤ ਬੁਰਾ ਭਲਾ ਬੋਲ ਰਹੀ ਸੀ, ਪਰ ਸਿਮਰ ਚੁੱਪ ਰਹੀ। ਉਸ ਦੇ ਜਾਣ ਤੋਂ ਬਾਅਦ ਸਿਮਰ ਦੇ ਮਾਤਾ ਜੀ ਨੇ ਕਿਹਾ, ਸਿਮਰ ਚੁੱਪ ਰਹਿ ਕੇ ਤੂੰ ਬਹੁਤ ਚੰਗਾ ਕੀਤਾ, ਆਖੇ ਇੱਕ ਚੁੱਪ ਤੇ 100 ਸੁੱਖ। ਸਾਡਾ ਅਗਲਾ ਵਾਕ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜੇ ਸਾਡਾ ਮਾਰਗ ਚੰਗਾ ਤੇ ਸਾਰੇ ਸਾਡੀ ਸਿਫਤ ਕਰਦੇ ਆ। ਬੇਟਾ ਇਸ ਦਾ ਅਰਥ ਹੈ, ਸਚਾਈ ਦੇ ਰਸਤੇ ਤੇ ਚੱਲਣ ਵਾਲੇ ਦੀ ਦੁਨੀਆ ਸਿਫਤ ਕਰਦੀ ਹੈ। ਸਾਡੇ ਪਿੰਡ ਦੇ ਪੜ੍ਹੇ ਲਿਖੇ ਸੂਝਵਾਨ ਸਰਪੰਚ ਨੇ ਗਲੀਆਂ ਪੱਕੀਆਂ ਕਰਵਾ ਕੇ ਗੰਦੇ ਪਾਣੀ ਦੇ ਨਿਕਾਸ ਦਾ ਯੋਗ ਪ੍ਰਬੰਧ ਕਰਕੇ ਪਿੰਡ ਦੀ ਕਾਇਆ ਕਲਪ ਕਰ ਦਿੱਤੀ। ਉਹ ਸਮੇਂ-ਸਮੇਂ ਡਾਕਟਰੀ ਸਹਾਇਤਾ ਕੈਂਪ ਵੀ ਲਗਵਾਉਂਦਾ ਰਹਿੰਦਾ ਹੈ। ਉਸ ਦੇ ਕੀਤੇ ਕੰਮਾਂ ਨੂੰ ਦੇਖ ਕੇ ਹਰ ਕੋਈ ਉਸ ਦੀ ਪ੍ਰਸ਼ੰਸਾ ਕਰਦਾ ਹੈ। ਠੀਕ ਹੀ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸਾਡਾ ਅਗਲਾ ਅਖਾਣ ਹੈ,
ਸਵੈ ਭਰੋਸਾ ਵੱਡਾ ਤੋਸਾ। ਬੇਟਾ ਇਸ ਦਾ ਕੀ ਅਰਥ ਹੈ? ਆਪਣੇ ਆਪ ਤੇ ਭਰੋਸਾ ਰੱਖਣਾ, ਆਪਣੇ ਆਪ ਤੇ ਵਿਸ਼ਵਾਸ ਕਰਨਾ। ਅਸੀਂ ਇਸ ਦਾ ਵਾਕ ਬਣਾਵਾਂਗੇ। ਨਵਰੀਤ ਨੇ PCS ਦੀ ਮੁੱਖ ਪ੍ਰੀਖਿਆ ਪਾਸ ਕਰ ਲਈ, ਪਰ ਇੰਟਰਵਿਊ ਤੇ ਜਾਣ ਸਮੇਂ ਉਹ ਥੋੜਾ ਘਬਰਾ ਰਹੀ ਸੀ। ਤਾਂ ਉਸਦੇ ਮਾਤਾ ਜੀ ਨੇ ਉਸਨੂੰ ਕਿਹਾ, ਤੂੰ ਬਹੁਤ ਮਿਹਨਤ ਕੀਤੀ ਹੈ, ਤੇਰੀ ਇੰਟਰਵਿਊ ਵੀ ਵਧੀਆ ਹੋਵੇਗੀ, ਪਰ ਉੱਥੇ ਤੂੰ ਆਪਣਾ ਆਤਮ ਵਿਸ਼ਵਾਸ ਕਾਇਮ ਰੱਖੀ, ਕਿਉਂਕਿ ਸਿਆਣਿਆਂ ਨੇ ਕਿਹਾ ਹੈ, ਸਵੈ ਭਰੋਸਾ ਵੱਡਾ ਤੋਸਾ। ਅਗਲਾ ਖਾਨ ਹੈ, ਸਾਰਾ ਜਾਂਦਾ ਵੇਖੀਏ, ਅੱਧਾ ਦਈਏ ਵੰਡ। ਇਸ ਦਾ ਅਰਥ ਕੀ ਆ? ਜੇ ਥੋੜੇ ਨੁਕਸਾਨ ਨਾਲ ਜ਼ਿਆਦਾ ਬਚਦਾ ਹੈ ਤਾਂ ਬਚਾ ਲੈਣਾ ਚਾਹੀਦਾ ਹੈ। ਪ੍ਰਤਾਪ ਸਿੰਘ ਨੰਬਰਦਾਰ ਦੀ ਕੁਝ ਜ਼ਮੀਨ ਸੀਲਿੰਗ ਵਿੱਚ ਆਉਣ ਕਾਰਨ ਉਸ ਪਾਸੋਂ ਖੁੱਸ ਰਹੀ ਸੀ। ਉਸਨੇ ਇਹ ਸੋਚਦਿਆਂ ਕੁਝ ਜ਼ਮੀਨ ਸਕੂਲ ਨੂੰ ਦੇ ਦਿੱਤੀ ਕਿ ਸਾਰਾ ਜਾਂਦਾ ਵੇਖੀਏ, ਅੱਧਾ ਦਈਏ ਵੰਡ। ਬੱਚਿਓ, ਸਾਡਾ ਅਗਲਾ ਖਾਨ ਹੈ, ਸ਼ੇਰ ਦੁੱਧ ਤੇ 20 ਸੇਰ ਪਾਣੀ, ਘੁੰਮਣ ਘੁੰਮਰ ਫਿਰੇ ਮਦਾਨੀ। ਇਸ ਦਾ ਕੀ ਮਤਲਬ ਹੈ? ਘਟੀਆ ਚੀਜ਼ ਦੀ ਵਡਿਆਈ ਕਰਨੀ। ਰਾਣੀ ਆਪਣੇ ਅਮਰੀਕਾ ਗਏ ਪੁੱਤਰ ਦੀਆਂ ਤੇ ਉਸ ਦੀ ਚੰਗੀ ਤਨਖਾਹ ਦੀਆਂ ਸਿਫਤਾਂ ਕਰਕੇ ਚਲੀ ਗਈ ਤਾਂ ਉਸ ਦੀ ਗਵਾਂਢਣ ਦੂਜੀ ਗਵਾਂਢਣ ਨੂੰ ਕਹਿਣ ਲੱਗੀ, ਲੈ ਦੇਖ, ਸੇਰ ਦੁੱਧ ਤੇ 20 ਸੇਰ ਪਾਣੀ, ਘੁੰਮਰ ਘੁੰਮਰ ਫਿਰੇ ਮਦਾਨੀ। ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਕਿ ਇਹਦਾ ਮੁੰਡਾ ਤਾਂ ਉੱਥੇ ਕਿਸੇ ਹੋਟਲ ਵਿੱਚ ਸਫਾਈ ਦਾ ਕੰਮ ਕਰਦਾ ਹੈ। ਸਾਡਾ ਅਗਲੀ ਖੌਤ ਹੈ, ਹੱਥ ਨੂੰ ਹੱਥ ਧੋਂਦਾ ਹੈ। ਹੱਥ ਨੂੰ ਹੱਥ ਧੋਂਦਾ ਹੈ। ਬੇਟਾ ਇਸ ਦਾ ਕੀ ਮਤਲਬ ਹੈ? ਸੰਜੋਗ ਦੀ ਸਿੱਖਿਆ ਦੇਣਾ। ਕਿਹਦੀ ਸਿੱਖਿਆ ਦੇਣਾ? ਸੰਜੋਗ ਦੀ। ਗਿਆਨੀ ਜੀ ਨੇ ਆਨੰਦ ਕਾਰਜ ਸਮੇਂ ਨਵੀਂ ਵਿਆਹੀ ਜੋੜੀ ਨੂੰ ਸਿੱਖਿਆ ਦਿੰਦਿਆਂ ਕਿਹਾ, ਬੱਚਿਓ, ਤੁਸੀਂ ਧਿਆਨ ਰੱਖਣਾ, ਪਤੀ ਪਤਨੀ ਵਿੱਚੋਂ ਕੋਈ ਵੀ ਦੁਖੀ ਹੋਵੇ ਤਾਂ ਇਕੱਲੇ ਇਕੱਲੇ ਖੁਸ਼ ਨਹੀਂ ਰਹਿ ਸਕੋਗੇ। ਜੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਹੀ ਖੁਸ਼ ਰਹੋਗੇ। ਇਹ ਜ਼ਿੰਦਗੀ ਦੀ ਅਟਲ ਸੱਚਾਈ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ। ਸੰਗ ਤਾਰੇ ਕੁਸੰਗ ਡੋਬੇ। ਇਸ ਦਾ ਕੀ ਅਰਥ ਹੈ? ਚੰਗੀ ਸੰਗਤ ਤਾਰਦੀ ਹੈ ਤੇ ਮਾੜੀ ਸੰਗਤ ਡੋਬਦੀ ਹੈ। ਖੁਸ਼ਪ੍ਰੀਤ ਹਮੇਸ਼ਾ ਵਧੀਆ ਅੰਕ ਪ੍ਰਾਪਤ ਕਰਦਾ ਸੀ, ਪਰ 11ਵੀਂ ਸ਼੍ਰੇਣੀ ਵਿੱਚ ਉਹ ਮੁਸ਼ਕਲ ਨਾਲ ਪਾਸ ਹੋਇਆ। ਖੁਸ਼ਪ੍ਰੀਤ ਵਧੀਆ ਬੱਚਾ ਹੈ, ਪਰ ਉਸਦੇ ਮਾਪਿਆਂ ਨੂੰ ਨਤੀਜਾ ਦੱਸਦੇ ਹੋਏ ਅਧਿਆਪਕ ਨੇ ਕਿਹਾ ਕਿ ਇਸ ਸਾਲ ਉਸ ਦੀ ਸੰਗਤ ਚੰਗੀ ਨਹੀਂ ਸੀ। ਉਸ ਨੂੰ ਸਮਝਾਓ ਅਤੇ ਚੰਗੇ ਬੱਚਿਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਦਿਓ, ਕਿਉਂਕਿ ਸਿਆਣਿਆਂ ਦਾ ਕਥਨ ਹੈ, ਸੰਗ ਤਾਰੇ ਕੁਸੰਗ। ਸਾਡੀ ਅਗਲੀ ਖੌਤ ਹੈ, ਹੱਥਾਂ ਬਾਜ ਕਰਾਰਿਆਂ ਵੈਰੀ ਮਿੱਤ ਨਾ ਹੋਏ। ਇਸ ਦਾ ਕੀ ਅਰਥ ਹੈ? ਦੁਸ਼ਮਣ ਸਖਤੀ ਨਾਲ ਹੀ ਕਾਬੂ ਆਉਂਦੇ ਹਨ। ਦੁਸ਼ਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਨਦਾ, ਉਸ ਨਾਲ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ, ਕਿਉਂਕਿ ਹੱਥਾਂ ਬਾਜ ਕਰਾਰਿਆਂ ਵੈਰੀ ਮਿੱਤ ਨਾ ਹੋਏ। ਸਾਡਾ ਅਗਲਾ ਖਾਨ ਹੈ, ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ। ਇਸ ਦਾ ਕੀ ਮਤਲਬ ਹੈ? ਘੱਟ ਖਰਚ ਨਾਲ ਬਹੁਤ ਲਾਭ। ਬੱਚਿਓ, ਹਮੇਸ਼ਾ ਮਿੱਠਾ ਬੋਲੋ, ਇਸ ਨਾਲ ਤੁਹਾਡਾ ਕੁਝ ਘਟ ਨਹੀਂ ਜਾਂਦਾ, ਪਰ ਤੁਹਾਨੂੰ ਹਾਸਿਲ ਬੜਾ ਕੁਝ ਹੋ ਜਾਂਦਾ ਹੈ। ਮਿੱਠਾ ਬੋਲਣ ਦੀ ਥਾਂ ਉਹ ਗੱਲ ਹੈ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ। ਪ੍ਰਿੰਸੀਪਲ ਸਾਹਿਬ ਨੇ ਸਵੇਰ ਦੀ ਸਭਾ ਵਿੱਚ ਭਾਸ਼ਣ ਕਰਦਿਆਂ ਵਿਦਿਆਰਥੀਆਂ ਨੂੰ ਇਹ ਗੱਲ ਸਮਝਾਈ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ ਆਵੇ। ਬੱਚੋ, ਸਾਡਾ ਅਗਲਾ ਅਖਾਣ ਹੈ, ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਹੈ, ਜੋ ਲੱਕੜੀ ਨੂੰ ਘੁਣ। ਇਸ ਦਾ ਅਰਥ ਹੈ, ਅੱਜ ਦਾ ਕੰਮ ਕਦੇ ਅੱਗੇ ਨਹੀਂ ਪਾਉਣਾ ਚਾਹੀਦਾ। ਜਦੋਂ ਕਰਮਜੋਤ ਦੂਜੇ ਦਿਨ ਵੀ ਸਕੂਲ ਦਾ ਕੰਮ ਨਾ ਕਰਕੇ ਲਿਆਈ ਤਾਂ ਕਹਿਣ ਲੱਗੀ, ਜੀ ਮੈਂ ਕੱਲ ਕਰਕੇ ਲਿਆਵਾਂਗੀ। ਤਾਂ ਅਧਿਆਪਕ ਨੇ ਨਸੀਹਤ ਦਿੰਦਿਆਂ ਕਿਹਾ, ਸਮੇਂ ਸਿਰ ਕੰਮ ਕਰਨ ਦੀ ਆਦਤ ਪਾਓ, ਅੱਜ ਦਾ ਕੰਮ ਕਦੇ ਵੀ ਕੱਲ ਤੇ ਨਾ ਛੱਡੋ। ਸਿਆਣਿਆਂ ਦਾ ਕਥਨ ਹੈ, ਕੱਲ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ।
ਉਮਰ ਹੱਡਾਂ ਨੂੰ ਖਾ ਰਹੀ ਹੈ ਜੋ ਲੱਕੜੀ ਨੂੰ ਘੁਣ। ਅਗਲਾ ਅਖਾਣ ਹੈ ਕੁੱਤੇ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵੱਸੇ। ਇਸ ਦਾ ਅਰਥ ਹੈ ਰੌਲਾ ਜ਼ਿਆਦਾ ਪਾਉਣਾ ਪਰ ਕੰਮ ਕੋਈ ਨਾ ਕਰਨਾ। ਅਧਿਕਾਰੀ ਰੌਲਾ ਤਾਂ ਬਹੁਤ ਪਾਉਂਦੇ ਹਨ ਕਿ ਉਹ ਕਾਲੇ ਧੰਦੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨਗੇ, ਪਰ ਅਸਲ ਵਿੱਚ ਕੁਝ ਵੀ ਨਹੀਂ ਹੁੰਦਾ। ਉਹਨਾਂ ਦਾ ਤਾਂ ਉਹ ਹਾਲ ਹੈ ਕੁੱਤਾ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵੱਸੇ। ਚੋਣਾਂ ਵੇਲੇ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਣ ਦਿੰਦਿਆਂ ਇਹ ਸ਼ਬਦ ਕਹੇ। ਅਗਲੀ ਖੌਤ ਹੈ ਕੋ ਨਾ ਚੱਲੀ ਬਾਬਾ ਧਿਆਈ। ਇਸ ਦਾ ਅਰਥ ਹੈ ਥੋੜਾ ਕੰਮ ਕਰਕੇ ਥੱਕ ਜਾਣਾ, ਅਜੇ ਥੋੜਾ ਹੀ ਕੰਮ ਕਰਨਾ ਤੇ ਆਪਣੇ ਆਪ ਨੂੰ ਥੱਕੇ ਥੱਕੇ ਮਹਿਸੂਸ ਕਰਨਾ। ਮਨਜੋਤ, ਤੂੰ ਤਾਂ ਕਹਿ ਰਹੀ ਸੀ ਕਿ ਅੱਜ ਪੰਜਾਬੀ ਵਿਸ਼ੇ ਦੇ ਸਾਰੇ ਪਾਠਕ੍ਰਮ ਦੀ ਦੁਹਰਾਈ ਕਰਨੀ ਹੈ, ਪਰ ਤੂੰ ਤਾਂ 2 ਪਾਠ ਪੜ੍ਹ ਕੇ ਹੀ ਆਰਾਮ ਕਰਨ ਲੱਗ ਪਈ। ਤੇਰਾ ਤਾਂ ਉਹ ਹਾਲ ਹੈ ਅਖੇ ਕੋ ਨਾ ਚੱਲੀ ਬਾਬਾ ਧਿਆਈ। ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਬੇਟੋ, ਇਸ ਅਖਾਣ ਦਾ ਕੀ ਮਤਲਬ ਹੈ, ਕੀ ਅਰਥ ਹੈ? ਜਿਸ ਤਰ੍ਹਾਂ ਦੀ ਸੰਗਤ ਹੋਵੇ ਉਸ ਤਰ੍ਹਾਂ ਦਾ ਹੀ ਬੰਦਾ ਬਣ ਜਾਂਦਾ, ਜਾਂ ਉਸੇ ਤਰ੍ਹਾਂ ਹੀ ਅਸੀਂ ਬਣ ਜਾਂਦੇ ਹਾਂ। ਗੁਰਜੀਤ ਦੀ ਮਾਸੀ ਨਵੇਂ ਫੈਸ਼ਨ ਦੇ ਕੱਪੜੇ ਪਹਿਨ ਕੇ ਖੜੀ ਗੁਰਜੀਤ ਵੱਲ ਵੇਖ ਕੇ ਬੋਲੀ, ਗੁਰਜੀਤ ਪਹਿਲਾਂ ਤਾਂ ਤੂੰ ਬਹੁਤ ਸਿੱਧੀ ਸਾਦੀ ਸੀ, ਪਰ ਯੂਨੀਵਰਸਿਟੀ ਜਾ ਕੇ ਹੋਰਨਾਂ ਕੁੜੀਆਂ ਦੀ ਰੀਸੋ ਰੀਸੀ ਬਹੁਤ ਫੈਸ਼ਨ ਕਰਨ ਲੱਗ ਪਈ ਏ। ਭੈਣ ਜੀ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ। ਸਾਡਾ ਅਗਲਾ ਅਖਾਣ ਹੈ ਖਿੱਦੋ ਫਰੋਲਿਆਂ ਲੀਰਾਂ ਹੀ ਨਿਕਲਦੀਆਂ ਹਨ। ਇਸ ਦਾ ਕੀ ਅਰਥ ਹੈ? ਪੁਰਾਣੀਆਂ ਗੱਲਾਂ ਨੂੰ ਛੇੜਨ ਨਾਲ ਨੁਕਸਾਨ ਹੀ ਹੁੰਦਾ ਹੈ। ਜੇਕਰ ਅਸੀਂ ਪੁਰਾਣੀਆਂ ਗੱਲਾਂ ਕਰਾਂਗੇ ਤਾਂ ਉਹਦੇ ਨਾਲ ਸਾਡਾ ਕੀ ਹੋਵੇਗਾ? ਨੁਕਸਾਨ ਹੀ ਹੋਵੇਗਾ। ਦੋਹਾਂ ਭਰਾਵਾਂ ਵਿੱਚ ਜ਼ਮੀਨ ਦੇ ਝਗੜੇ ਨੂੰ ਨਿਪਟਾਉਣ ਤੋਂ ਬਾਅਦ ਸਰਪੰਚ ਨੇ ਕਿਹਾ ਆਪਸੀ ਸਹਿਮਤੀ ਨਾਲ ਮਸਲੇ ਸੁਲਝਾਉਣੇ ਠੀਕ ਰਹਿੰਦੇ ਹਨ, ਇੱਕ ਦੂਜੇ ਦੀਆਂ ਗਲਤੀਆਂ ਚਿਤਾਰਨ ਦੀ ਲੋੜ ਨਹੀਂ। ਤੁਹਾਨੂੰ ਪਤਾ ਹੈ ਕਿ ਖਿੱਦੂ ਫਰੋਲਿਆਂ ਲੀਰਾਂ ਹੀ ਨਿਕਲਣੀਆਂ। ਬੇਟਾ, ਸਾਡੀ ਅਗਲੀ ਖੌਤ ਹੈ ਘਰ ਦਾ ਸੜਿਆ ਬਣ ਗਿਆ, ਵਣ ਨੂੰ ਲੱਗੀ ਅੱਗ। ਇਸ ਦਾ ਕੀ ਅਰਥ ਹੈ? ਇੱਕ ਮੁਸੀਬਤ ਤੋਂ ਬਚ ਕੇ ਦੂਜੀ ਮੁਸੀਬਤ ਵਿੱਚ ਫਸਣਾ। ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਔਖਿਆਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਾ ਗਿਆ, ਪਰ ਸ਼ਹਿਰ ਦੇ ਖਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ, ਕਿਉਂਕਿ ਸ਼ਹਿਰ ਵਿੱਚ ਬਹੁਤ ਖਰਚੇ ਸਨ। ਉਸ ਨਾਲ ਤਾਂ ਉਹ ਗੱਲ ਹੋਈ ਘਰ ਦਾ ਸੜਿਆ ਬਣ ਗਿਆ, ਵਣ ਨੂੰ ਲੱਗੀ ਅੱਗ। ਅਗਲਾ ਅਖਾਣ ਹੈ ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ। ਇਸ ਦਾ ਕੀ ਅਰਥ ਹੈ? ਜਦੋਂ ਇਹ ਦੱਸਣਾ ਹੋਵੇ ਕਿ ਘਰ ਵਸਣ ਨਾਲ ਸਾਕ ਮਿਲਦੇ ਹਨ। ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਣ ਆਇਆ। ਉਸਨੇ ਕਿਹਾ ਭਾਈ ਕਦੇ ਤੂੰ ਵੀ ਪਿੰਡ ਮਿਲਣ ਆਇਆ ਕਰ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਘਰ ਵਸਦਿਆਂ ਦੇ, ਸਾਕ ਮਿਲਦਿਆਂ ਦੇ ਤੇ ਖੇਤ ਵਾਹੁੰਦਿਆਂ ਦੇ। ਸਾਡੀ ਅਗਲੀ ਖੌਤ ਹੈ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਿਆਇਆ। ਬੱਚੋ, ਇਸ ਦਾ ਕੀ ਅਰਥ ਹੈ? ਜਦੋਂ ਇੱਕ ਆਦਮੀ ਦੀ ਵੇਖਾ ਵੇਖੀ ਬਾਕੀ ਵੀ ਉਹ ਕੰਮ ਕਰਨ ਲੱਗ ਪੈਣ, ਉਦੋਂ ਅਸੀਂ ਇਸ ਅਖਾਣ ਦੀ ਵਰਤੋਂ ਕਰਦੇ ਹਾਂ। ਮਨਿੰਦਰ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ ਜਰਾ ਮੈਨੂੰ ਵੀ ਦੇਈਂ ਡਿਕਸ਼ਨਰੀ, ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ। ਅੰਮੀ ਨੇ ਵੀ ਡਿਕਸ਼ਨਰੀ ਲਈ ਆਵਾਜ਼ ਮਾਰ ਦਿੱਤੀ। ਮਨਿੰਦਰ ਨੇ ਕਹਿਣ ਲੱਗੀ ਕਿ ਇਹ ਤਾਂ ਉਹ ਗੱਲ ਹੋਈ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਧਿਆਇਆ। ਸਾਡੀ ਅਗਲੀ ਖੌਤ ਹੈ ਚਾਹੇ ਛੁਰੀ ਖਰਬੂਜੇ ਉੱਤੇ ਡਿਗੇ, ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਖਰਬੂਜੇ ਦਾ। ਬੇਟਾ, ਇਸ ਦਾ ਕੀ ਅਰਥ ਹੈ? ਅੱਜ ਦੇ ਸਮੇਂ ਵਿੱਚ ਨੁਕਸਾਨ ਹਮੇਸ਼ਾ ਮਾੜੇ ਬੰਦੇ ਨੂੰ ਹੀ ਝੱਲਣਾ ਪੈਂਦਾ ਹੈ। ਅੱਜ ਦੇ ਵਪਾਰਿਕ ਯੁੱਗ ਵਿੱਚ ਗਰੀਬ ਕਿਸਾਨ ਭਾਵੇਂ ਵੇਚੇ ਤੇ ਭਾਵੇਂ ਖਰੀਦੇ, ਨੁਕਸਾਨ ਉਸਦਾ ਹੀ ਹੁੰਦਾ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ,
ਤੇ ਜੇ ਲੋੜ ਪੈਣ ਤੇ ਖਰੀਦਣਾ ਹੈ ਤਾਂ ਮਹਿੰਗਾ ਖਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ, ਚਾਹੇ ਛੁਰੀ ਖਰਬੂਜੇ ਤੇ ਡਿਗੇ ਤੇ ਚਾਹੇ ਖਰਬੂਜਾ ਛੁਰੀ ਉੱਤੇ, ਨੁਕਸਾਨ ਖਰਬੂਜੇ ਦਾ ਹੀ ਹੁੰਦਾ ਹੈ। ਬੱਚਿਓ, ਸਾਡੀ ਅਗਲੀ ਖੌਤ ਹੈ, ਸੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਤੇ ਇਸ ਦਾ ਕੀ ਅਰਥ ਹੈ? ਜਦੋਂ ਕੋਈ ਬਹੁਤਾ ਐਬੀ ਬੰਦਾ ਥੋੜੇ ਔਗਣਾਂ ਵਾਲੇ ਬੰਦੇ ਨੂੰ ਨਿੰਦੇ, ਉਸ ਵੇਲੇ ਉਸ ਨੂੰ ਵਿਅੰਗ ਨਾਲ ਕਹਿੰਦੇ ਹਨ ਤਾਂ ਇਸ ਅਖਾਣ ਦੀ ਵਰਤੋਂ ਹੁੰਦੀ ਹੈ। ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, ਬਲਦੇਵ ਤੂੰ ਤਾਂ ਹੁਣ ਪੜ੍ਹਦਾ ਨਹੀਂ, ਤਾਂ ਹੀ ਤੇਰੇ ਛਿਮਾਹੀ ਪੇਪਰਾਂ ਵਿੱਚ ਅੰਕ ਘੱਟ ਆਏ ਹਨ। ਬਲਦੇਵ ਕਹਿਣ ਲੱਗਾ, ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ 12ਵੀਂ ਵਿੱਚ ਦੂਜਾ ਸਾਲ ਹੈ। ਅਖੇ ਸੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ। ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਅਖੌਤਾਂ ਬਾਰੇ ਚੰਗੀ ਤਰ੍ਹਾਂ ਜਾਣ ਗਏ ਹੋਵੋਗੇ ਕਿ ਅਖੌਤਾਂ ਕੀ ਹੁੰਦੀਆਂ ਹਨ, ਤੇ ਹੁਣ ਤੁਸੀਂ ਅਖੌਤਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਵਾਕਾਂ ਵਿੱਚ ਵੀ ਵਰਤ ਸਕਦੇ ਹੋ ਤੇ ਇਹਨਾਂ ਨੂੰ ਵਾਕਾਂ ਨੂੰ ਜਿਹੜਾ ਵਾ ਕੁਝ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਵੀ ਕਰ ਸਕਦੇ ਹੋ। ਧੰਨਵਾਦ।